ਗੁੱਡ ਮਾਰਨਿੰਗ ਸਟੂਡੈਂਟਸ। ਮੇਰਾ ਨਾਮ ਵਰੁਣ ਸ਼ਰਮਾ ਹੈ। ਸਾਡਾ ਅੱਜ ਦਾ ਜੋ ਟੌਪਿਕ ਹੈ ਉਹ 9ਵੀਂ ਕਲਾਸ ਦੇ ਸਟੂਡੈਂਟਸ ਲਈ ਹੈ, ਜਿਸ ਦਾ ਨਾਮ ਹੈ ਆਰਗੇਨਾਈਜ਼ਡ ਐਂਡ ਅਨਆਰਗੇਨਾਈਜ਼ਡ ਰਿਟੇਲਿੰਗ। ਅਸੀਂ ਇਹਨੂੰ ਪੰਜਾਬੀ ਵਿੱਚ ਸੰਗਠਿਤ ਤੇ ਗੈਰ ਸੰਗਠਿਤ ਪਰਚੂਨ ਵੀ ਕਹਿੰਦੇ ਹਾਂ। ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸੰਗਠਿਤ ਪਰਚੂਨ। ਸੰਗਠਿਤ ਪਰਚੂਨ ਖੇਤਰ ਕੀ ਹੈ? ਸੰਗਠਿਤ ਪਰਚੂਨ ਨੂੰ ਜਾਣਨ ਤੋਂ ਪਹਿਲਾਂ ਬੱਚਿਓ ਸਾਨੂੰ ਪਰਚੂਨ ਬਾਰੇ ਜਾਣਨਾ ਹੋਏਗਾ। ਪਰਚੂਨ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਵਿੱਚ ਖਰੀਦ ਤੇ ਵੇਚ ਸ਼ਾਮਿਲ ਹੁੰਦਾ ਹੈ। ਭਾਵ ਜੋ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਜੋ ਸਮਾਨ ਵਸਤੂਆਂ ਯੂਜ਼ ਕਰਦੇ ਹਾਂ ਉਹ ਸਾਨੂੰ ਪਰਚੂਨ ਪ੍ਰੋਵਾਈਡ ਕਰਦਾ ਹੈ। ਜਿਵੇਂ ਤੁਸੀਂ ਵੀ ਪੈਨ, ਪੈਨਸਿਲ, ਨੋਟਬੁੱਕ, ਬੁੱਕ ਯੂਜ਼ ਕਰਦੇ ਹੋ, ਉਸ ਲਈ ਤੁਹਾਨੂੰ ਇੱਕ ਦੁਕਾਨ 'ਤੇ ਜਾ ਕੇ ਉਸ ਦੁਕਾਨਦਾਰ ਨੂੰ ਬੋਲਣਾ ਪੈਂਦਾ ਹੈ ਕਿ ਮੈਨੂੰ ਪੈਨ ਜਾਂ ਪੈਨਸਿਲ ਦੀ ਜ਼ਰੂਰਤ ਹੈ, ਅਤੇ ਉਹ ਦੁਕਾਨਦਾਰ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਤੁਹਾਨੂੰ ਸਮਾਨ ਪ੍ਰੋਵਾਈਡ ਕਰਦਾ ਹੈ। ਇਸ ਨੂੰ ਹੀ ਪਰਚੂਨਕਾਰੀ ਜਾਂ ਰਿਟੇਲਿੰਗ ਕਹਿੰਦੇ ਹਾਂ। ਸੋ ਜਿਵੇਂ ਤੁਹਾਨੂੰ ਹੁਣ ਪਰਚੂਨ ਔਰ ਪਰਚੂਨਕਾਰੀ ਬਾਰੇ ਸਮਝ ਲੱਗ ਗਈ ਹੋਵੇਗੀ, ਹੁਣ ਗੱਲ ਕਰਦੇ ਹਾਂ ਸੰਗਠਿਤ ਪਰਚੂਨ। ਬੱਚਿਓ ਇਹ ਜੋ ਸ਼ਬਦ ਹੈ ਸੰਗਠਿਤ ਅਤੇ ਗੈਰ ਸੰਗਠਿਤ, ਇਹਨਾਂ ਦੇ ਨਾਮ ਤੋਂ ਹੀ ਕਾਫੀ ਹੱਦ ਤੱਕ ਸਾਨੂੰ ਪਤਾ ਲੱਗ ਜਾਵੇਗਾ। ਜਿਵੇਂ ਸੰਗਠਿਤ ਖੇਤਰ ਸਰਕਾਰ ਨਾਲ ਰਜਿਸਟਰਡ ਹੁੰਦਾ ਹੈ, ਉਸੇ ਤਰ੍ਹਾਂ ਜਦੋਂ ਵੀ ਅਸੀਂ ਸੰਗਠਿਤ ਪਰਚੂਨ ਬਾਰੇ ਗੱਲ ਕਰਾਂਗੇ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਉਹ ਸਰਕਾਰ ਨਾਲ ਰਜਿਸਟਰਡ ਹੋਏਗਾ। ਭਾਵ ਉਸ ਵਿੱਚ ਜੋ ਲੋਕ ਕੰਮ ਕਰ ਰਹੇ ਹਨ ਉਹ ਸਰਕਾਰ ਦੇ ਅੰਡਰ ਕੰਮ ਕਰ ਰਹੇ ਹਨ। ਸਰਕਾਰ ਨੂੰ ਉਹਨਾਂ ਬਾਰੇ ਪਤਾ ਹੈ, ਉਹਨਾਂ ਦੇ ਕੰਮ ਬਾਰੇ ਪਤਾ ਹੈ, ਇਸ ਲਈ ਇਹਨੂੰ ਸੰਗਠਿਤ ਖੇਤਰ ਕਿਹਾ ਜਾਂਦਾ ਹੈ। ਇਸ ਸੈਕਟਰ ਵਿੱਚ ਲੋਕਾਂ ਦੇ ਕੰਮ ਦਾ ਭਰੋਸਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਨਿਯਮਿਤ ਅਤੇ ਨਿਸ਼ਚਿਤ ਤਨਖਾਹਾਂ ਮਿਲਦੀਆਂ ਹਨ। ਜਿਵੇਂ ਕਿ ਕੋਈ ਸਕੂਲ, ਕੰਪਨੀ, ਕੋਈ ਹਸਪਤਾਲ, ਇਹ ਸਾਰੇ ਦੇ ਸਾਰੇ ਸਰਕਾਰ ਦੇ ਅੰਡਰ ਰਜਿਸਟਰ ਹਨ ਅਤੇ ਇਹਨਾਂ ਨੂੰ ਸੰਗਠਿਤ ਖੇਤਰਾਂ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਜੋ ਸੰਗਠਿਤ ਸੈਕਟਰ ਹੈ ਇਹਦਾ ਹਿੱਸਾ ਬਣਨਾ ਮੁਸ਼ਕਿਲ ਹੈ। ਭਾਵ ਜਦੋਂ ਅਸੀਂ ਸੰਗਠਿਤ ਸੈਕਟਰ ਦੀ ਗੱਲ ਕਰਦੇ ਹਾਂ ਅਤੇ ਉਸ ਨੂੰ ਰਜਿਸਟਰ ਕਰਨਾ ਪੈਂਦਾ ਹੈ, ਉਸ ਦੇ ਲਈ ਕਾਫੀ ਪ੍ਰੋਸੈਸ ਹੁੰਦਾ ਹੈ ਜੋ ਸਰਕਾਰ ਦਾ ਮੰਨਣਾ ਪੈਂਦਾ ਹੈ। ਇਸ ਲਈ ਇਹ ਪ੍ਰਕਿਰਿਆ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਟੈਕਸ ਵਗੈਰਾ ਲੱਗਦੇ ਹਾਂ ਉਹ ਸਾਰੇ ਦੇ ਸਾਰੇ ਇਹਦਾ ਹਿੱਸਾ ਹੁੰਦੇ ਹਨ। ਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਕੁਝ ਲਾਭ ਵੀ ਮਿਲਦੇ ਹਨ, ਜਿਵੇਂ ਕਿ ਉਹਨਾਂ ਨੂੰ ਨਿਯਮਿਤ ਤਨਖਾਹਾਂ ਦੇ ਨਾਲ ਨਾਲ ਨੌਕਰੀ ਦੀ ਸੁਰੱਖਿਆ ਵੀ ਮਿਲ ਜਾਂਦੀ ਹੈ ਅਤੇ ਹੋਰ ਵੀ ਬੈਨੀਫਿਟਸ ਮਿਲਦੇ ਹਨ। ਆਓ ਬੱਚੋ ਹੁਣ ਗੱਲ ਕਰਦੇ ਹਾਂ ਗੈਰ ਸੰਗਠਿਤ ਪਰਚੂਨ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੰਗਠਿਤ ਪਰਚੂਨਕਾਰੀ ਹੈ ਜੋ ਸਰਕਾਰ ਦੇ ਅੰਡਰ ਆਉਂਦੀ ਹੈ, ਉਸੇ ਤਰ੍ਹਾਂ ਗੈਰ ਸੰਗਠਿਤ ਪਰਚੂਨਕਾਰੀ ਸਰਕਾਰ ਦੇ ਅੰਡਰ ਨਹੀਂ ਆਉਂਦੀ। ਉਹ ਸਰਕਾਰ ਕੋਲ ਰਜਿਸਟਰ ਨਹੀਂ ਹੁੰਦੀ ਅਤੇ ਰੋਜ਼ਗਾਰਾਂ ਦੀਆਂ ਸ਼ਰਤਾਂ ਇਸ ਵਿੱਚ ਨਿਯਮਿਤ ਅਤੇ ਨਿਸ਼ਚਿਤ ਨਹੀਂ ਹੁੰਦੀਆਂ। ਮਤਲਬ ਕੋਈ ਵੀ ਇਨਸਾਨ ਕੁਝ ਪੈਸਾ ਇਨਵੈਸਟ ਕਰਕੇ ਗੈਰ ਸੰਗਠਿਤ ਪਰਚੂਨ ਦਾ ਹਿੱਸਾ ਬਣ ਸਕਦਾ ਹੈ। ਇਸ ਵਿੱਚ ਕੋਈ ਵੀ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਉਹਨਾਂ ਨੂੰ ਰੋਜ਼ਾਨਾ ਦੀ ਦਿਹਾੜੀ ਦਿੱਤੀ ਜਾਂਦੀ ਹੈ ਜੋ ਕਿ ਸੰਗਠਿਤ ਖੇਤਰ ਵਿੱਚ ਦਿੱਤੀ ਤਨਖਾਹਾਂ ਕੋਲੋਂ ਕਾਫੀ ਘੱਟ ਹੁੰਦੀ ਹੈ, ਕਿਉਂਕਿ ਇਸ ਸੈਕਟਰ ਵਿੱਚ ਤਨਖਾਹ ਮਾਲਿਕ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਭਾਵ ਸੰਗਠਿਤ ਪਰਚੂਨ ਸੈਕਟਰ ਵਿੱਚ ਜੋ ਤਨਖਾਹ ਹੁੰਦੀ ਹੈ ਉਹ ਸਰਕਾਰ ਨਿਰਧਾਰਿਤ ਕਰਦੀ ਹੈ ਅਤੇ ਗੈਰ ਸੰਗਠਿਤ ਪਰਚੂਨ ਦੇ ਵਿੱਚ ਤਨਖਾਹ ਮਾਲਿਕ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਇੱਕ ਗੈਰ ਸੰਗਠਿਤ ਪਰਚੂਨ ਕਾਰੋਬਾਰ ਸਥਾਪਿਤ ਕਰਨਾ ਸੌਖਾ ਹੈ। ਉਸੇ ਦੂਜੀ ਥਾਂ 'ਤੇ ਅਸੀਂ ਸੰਗਠਿਤ ਪਰਚੂਨ ਦੀ ਗੱਲ ਕਰਦੇ ਹਾਂ, ਉਹ ਥੋੜ੍ਹਾ ਜਿਹਾ ਮੁਸ਼ਕਿਲ ਹੈ ਕਿਉਂਕਿ ਉਹਦੇ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਹੋ ਜਾਂਦੀ ਹੈ। ਪਰੰਤੂ ਗੈਰ ਸੰਗਠਿਤ ਪਰਚੂਨ ਦੇ ਵਿੱਚ ਦਾਖਲ ਹੋਣ ਲਈ ਰਜਿਸਟਰ ਅਤੇ ਰਜਿਸਟ੍ਰੇਸ਼ਨਾਂ ਦੀ ਜ਼ਰੂਰਤ ਨਹੀਂ ਹੈ। ਇਸ ਲਈ ਇਸ ਕਿਸਮ ਦੇ ਕਾਰੋਬਾਰ 'ਤੇ ਕੋਈ ਵੀ ਟੈਕਸ ਨਹੀਂ ਲੱਗਦਾ। ਇਸ ਸੈਕਟਰ ਵਿੱਚ ਛੋਟੇ ਆਕਾਰ ਦੇ ਉੱਦਮ ਅਤੇ ਵਰਕਸ਼ਾਪਾਂ ਹੁੰਦੀਆਂ ਹਨ। ਜਿਵੇਂ ਕੋਈ ਨਿਯਮਿਤ ਰੋਜ਼ਗਾਰ ਨਹੀਂ ਮਿਲਦਾ, ਜਿੱਥੇ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੁੰਦਾ ਔਰ ਤਨਖਾਹਾਂ ਵੀ ਨਿਰਧਾਰਿਤ ਨਹੀਂ ਹੁੰਦੀਆਂ। ਬੱਚਿਓ
ਆਓ ਹੁਣ ਕੁਝ ਅੰਤਰ ਸਮਝਦੇ ਹਾਂ ਜਿਹਦੇ ਨਾਲ ਤੁਹਾਨੂੰ ਸੰਗਠਿਤ ਤੇ ਗੈਰ ਸੰਗਠਿਤ ਪਰਚੂਨਕਾਰੀ ਹੋਰ ਜ਼ਿਆਦਾ ਸਮਝ ਆ ਜਾਏਗੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਗਠਿਤ ਪਰਚੂਨ ਬਾਰੇ। ਸੰਗਠਿਤ ਪਰਚੂਨ ਨੂੰ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਇਸ ਖੇਤਰ ਵਿੱਚ ਰੋਜ਼ਗਾਰ ਦੀਆਂ ਸ਼ਰਤਾਂ ਤੇ ਕੰਮ ਦੇ ਘੰਟੇ ਨਿਰਧਾਰਿਤ ਕੀਤੇ ਜਾਂਦੇ ਹਨ। ਉਸੇ ਥਾਂ ਤੇ ਦੂਜੀ ਥਾਂ ਗੈਰ ਸੰਗਠਿਤ ਪਰਚੂਨ ਸੈਕਟਰ ਨੂੰ ਸਰਕਾਰ ਦੁਆਰਾ ਨਿਯਮਿਤ ਨਹੀਂ ਕੀਤਾ ਜਾਂਦਾ ਅਤੇ ਰੋਜ਼ਗਾਰ ਦੀਆਂ ਸ਼ਰਤਾਂ ਤੇ ਕੰਮਕਾਜੀ ਘੰਟੇ ਨਿਰਧਾਰਿਤ ਨਹੀਂ ਹੁੰਦੇ। ਹੁਣ ਗੱਲ ਕਰਦੇ ਹਾਂ ਸੰਗਠਿਤ ਰਿਟੇਲਿੰਗ ਦੀ। ਸੰਗਠਿਤ ਪਰਚੂਨ ਖੇਤਰ ਵੱਖ-ਵੱਖ ਕੰਮਾਂ ਜਿਵੇਂ ਬੋਨਸ ਐਕਟ, ਫੈਕਟਰੀਆਂ ਐਕਟ ਐਵੇਂ ਦੇ ਜੋ ਵੀ ਐਕਟ ਸਰਕਾਰ ਦੁਆਰਾ ਲਗਾਏ ਜਾਂਦੇ ਹਨ, ਉਹ ਸਾਰੇ ਐਕਟ ਸੰਗਠਿਤ ਰਿਟੇਲਿੰਗ ਨੂੰ ਲਾਗੂ ਕੀਤੇ ਜਾਂਦੇ ਹਨ। ਪਰੰਤੂ ਗੈਰ ਸੰਗਠਿਤ ਪਰਚੂਨ ਵਿੱਚ ਕੋਈ ਵੀ ਸਰਕਾਰ ਦੁਆਰਾ ਚਲਾਇਆ ਗਿਆ ਐਕਟ ਲਾਗੂ ਨਹੀਂ ਹੁੰਦਾ। ਬੱਚਿਓ, ਹੁਣ ਮੈਂ ਉਮੀਦ ਕਰਦਾ ਹਾਂ ਜਿਹੜਾ ਟੌਪਿਕ ਅੱਜ ਮੈਂ ਤੁਹਾਨੂੰ ਸਮਝਾਇਆ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ ਬੱਚਿਓ।